ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ। ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਂ ਅੱਜ ਦੀ ਪਹਿਲੀ ਵੱਡੀ ਖਬਰ ਹੈ, ਇਹ ਕਿਹੜੇ ਕਿਸਾਨ ਜਿਹੜੇ ਚੁੱਪ ਚਪੀਤੇ ਮੋਦੀ ਨੂੰ ਖੇਤੀ ਕਾਨੂੰਨ ਵਾਪਸ ਨਾ ਲੈਣ ਦੀ ਕਰ ਗਏ ਅਪੀਲ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਕੇਂਦਰੀ ਖੇਤੀ ਕਾਨੂੰਨਾਂ ਦਾ ਇੱਕ ਪਾਸੇ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਪਿਛਲੇ 26-27 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਕਰ ਰਹੇ ਨੇ। ਅਜਿਹੇ ਦੇ ਵਿੱਚ ਆਏ ਦਿਨ ਕਿਸਾਨਾਂ ਦਾ ਕੋਈ ਨਾ ਕੋਈ ਵਫਦ ਕੇਂਦਰ ਸਰਕਾਰ ਨੂੰ ਮਿਲਦਾ ਹੈ ਤੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਦਾ ਹੈ। ਇਹ ਵਫਦ ਕਿਹੜੇ ਹਨ, ਇਹਨਾਂ ਤੇ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਹ ਉਦੋਂ ਹੀ ਆਉਣੇ ਸ਼ੁਰੂ ਕਿਉਂ ਹੋਏ ਜਦੋਂ ਕਿਸਾਨ ਦਿੱਲੀ ਬਾਰਡਰ ਤੇ ਡਟੇ ਹੋਏ ਨੇ। ਹੁਣ ਖਬਰ ਇਹ ਆ ਰਹੀ ਹੈ ਕਿ ਕਈ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦੇ ਸਮਰਥਨ ਦੇ ਵਿੱਚ ਹਨ ਤੇ ਉਹਨਾਂ ਨੇ ਕੇਂਦਰ ਨੂੰ ਇਹਨਾਂ ਦੇ ਵਿੱਚ ਸੋਧ ਨਾ ਕਰਨ ਦੀ ਅਪੀਲ ਕੀਤੀ ਹੈ। ਅੱਜ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਵਫਦ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕਰਕੇ ਨਵੇਂ ਖੇਤੀ ਕਾਨੂੰਨਾਂ ਵਿੱਚ ਕਿਸੇ ਤਰ੍ਹਾਂ ਦੀ ਸੋਧ ਨਾ ਕਰਨ ਦੀ ਅਪੀਲ ਕੀਤੀ ਹੈ। ਅਗਲੀ ਖਬਰ ਹੈ, ਕਿਸਾਨਾਂ ਦਾ ਐਲਾਨ ਬੁੱਧਵਾਰ ਜਾਣੀ ਕਿ ਅੱਜ ਕਰਨਗੇ ਫੈਸਲਾ ਤੇ ਦੱਸੀ ਅਗਲੀ ਰਣਨੀਤੀ। ਤਾਂ ਦੋਸਤੋ, ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਦਾ ਅੱਜ 28ਵਾਂ ਦਿਨ ਜਾਰੀ ਹੈ। ਇਸ ਦੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਗੱਲਬਾਤ ਦੇ ਲਈ ਕੇਂਦਰ ਦੇ ਪੱਤਰ ਤੇ ਫੈਸਲਾ ਬੁੱਧਵਾਰ ਜਾਣੀ ਕਿ ਅੱਜ ਲਿਆ ਜਾਵੇਗਾ। ਹਾਲ ਹੀ ਦੇ ਵਿੱਚ ਕੇਂਦਰ ਨੇ ਕਿਸਾਨਾਂ ਨੂੰ ਗੱਲਬਾਤ ਦੇ ਲਈ ਇੱਕ ਪ੍ਰਸਤਾਵ ਭੇਜਿਆ ਸੀ ਅਤੇ ਸਮਾਂ ਨਿਰਧਾਰਤ ਕਰਨ ਦੇ ਲਈ ਕਿਹਾ ਸੀ। ਕਿਸਾਨ ਲੀਡਰਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਗੱਲ ਵੀ ਕਹੀ ਸੀ। ਉਹਨਾਂ ਨੇ ਕਿਹਾ ਕਿ ਜਦੋਂ ਪੀਐਮ ਮੋਦੀ 27 ਦਸੰਬਰ ਨੂੰ ਆਪਣੇ ਮਨ ਕੀ ਬਾਤ ਕਰਨਗੇ ਤਾਂ ਅਸੀਂ ਥਾਲੀਆਂ ਵਜਾਵਾਂਗੇ। ਅਗਲੀ ਖਬਰ ਹੈ, ਕੇਂਦਰ ਸਰਕਾਰ ਦਾ ਵੱਡਾ ਫੈਸਲਾ, CBSE ਬੋਰਡ ਦੀਆਂ ਪ੍ਰੀਖਿਆਵਾਂ ਜਨਵਰੀ-ਫਰਵਰੀ ਦੇ ਵਿੱਚ ਨਹੀਂ ਹੋਣਗੀਆਂ। ਤਾਂ ਦੋਸਤੋ, ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਜਨਵਰੀ ਜਾਂ ਫਰਵਰੀ ਦੇ ਵਿੱਚ ਬੋਰਡ ਦੀਆਂ ਕੋਈ ਪ੍ਰੀਖਿਆਵਾਂ ਨਹੀਂ ਹੋਣਗੀਆਂ, ਬਾਅਦ ਦੇ ਵਿੱਚ ਪ੍ਰੀਖਿਆ ਲਈ ਜਾਵੇਗੀ। ਦੇਸ਼ ਭਰ ਦੇ ਅਧਿਆਪਕਾਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ 15 ਫਰਵਰੀ ਤੋਂ ਅੱਧ ਮਾਰਚ ਤੱਕ ਪ੍ਰੀਖਿਆ ਆਯੋਜਿਤ ਕੀਤੀ ਜਾਂਦੀ ਸੀ। ਜੋ ਹਾਲਾਤ ਹਨ ਉਹ ਜਨਵਰੀ-ਫਰਵਰੀ ਵਿੱਚ ਸੰਭਵ ਨਹੀਂ ਹਨ। ਉਹਨਾਂ ਨੇ ਕਿਹਾ ਕਿ ਫਰਵਰੀ ਤੋਂ ਬਾਅਦ ਪ੍ਰੀਖਿਆ ਕਰਵਾਈਆਂ ਜਾਣ ਜਾਂ ਨਹੀਂ, ਇਸ ਨੂੰ ਸਾਨੂੰ ਵਧੇਰੇ ਵਿਚਾਰ ਵਟਾਂਦਰੇ ਦੀ ਜ਼ਰੂਰਤ ਹੈ। ਜੇ ਕੋਈ ਅਪਡੇਟ ਹੁੰਦਾ ਤਾਂ ਅਸੀਂ ਇਸ ਨੂੰ ਅੱਗੇ ਦੇਵਾਂਗੇ। ਅਗਲੀ ਖਬਰ ਹੈ, ਮੋਦੀ ਸਰਕਾਰ ਦੇ ਵੱਲੋਂ ਕਰਜ਼ ਹੇਠ ਦਬੀਆਂ ਕੰਪਨੀਆਂ ਨੂੰ ਵੱਡੀ ਰਾਹਤ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਨਸੋਲਵੈਂਸੀ ਅਤੇ ਦਿਵਾਲੀਆਪਨ ਕੋਡ ਦੀਆਂ ਵਿਵਸਥਾਵਾਂ ਤੇ ਪਾਬੰਦੀ ਹੁਣ 31 ਮਾਰਚ 2021 ਨੂੰ ਲਾਗੂ ਰਹੇਗੀ। ਸਰਕਾਰ ਨੇ ਕੰਪਨੀਆਂ ਨੂੰ ਕਰੋਨਾ ਵਾਇਰਸ ਕਾਰਨ ਹੋਏ ਆਰਥਿਕ ਨੁਕਸਾਨ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 25 ਦਸੰਬਰ ਤੱਕ ਇਹਨਾਂ ਵਿਵਸਥਾਵਾਂ ਤੇ ਰੋਕ ਲਾਗੂ ਕੀਤੀ ਗਈ ਸੀ। ਹੁਣ ਇਸ ਪਾਬੰਦੀ ਨੂੰ ਅਗਲੇ ਸਾਲ 31 ਮਾਰਚ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ। ਕੋਵਿਡ-19 ਦੇ ਕਾਰਨ ਕੰਪਨੀਆਂ ਤੇ ਕਰਜ਼ਾ ਕਾਫੀ ਵੱਧ ਗਿਆ ਸੀ, ਇਸ ਲਈ ਉਹਨਾਂ ਦਾ ਇਨਸੋਲਵੈਂਸੀ ਪ੍ਰਕਿਰਿਆ ਵਿੱਚ ਜਾਣ ਦਾ ਡਰ ਵੱਧ ਗਿਆ ਸੀ। ਇਹੀ ਕਾਰਨ ਹੈ ਕਿ ਸਰਕਾਰ ਨੇ ਇਹਨਾਂ ਕੰਪਨੀਆਂ ਨੂੰ ਰਾਹਤ ਦੇਣ ਦੇ ਲਈ ਦਿਵਾਲੀਆਪਨ ਕੋਡ ਵਧਾਉਣ ਦਾ ਫੈਸਲਾ ਕੀਤਾ। ਅਗਲੀ ਖਬਰ ਹੈ, ਸੋਨੇ ਦੀ ਖਰੀਦ ਵਧਣ ਤੇ ਕੀਮਤਾਂ ਦੇ ਵਿੱਚ ਬਦਲਾਅ। ਜਾਣੋ ਅੱਜ ਕਿਸ ਰੇਟ ਵਿਕ ਰਿਹਾ ਸੋਨਾ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ MCX ਦੇ ਵਿੱਚ ਸੋਨੇ ਦੀ ਕੀਮਤ 0.11% ਜਾਣੀ ਕਿ 53 ਰੁਪਏ ਵੱਧ ਕੇ 50,469 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਹੈ, ਜਦ ਕਿ ਸਿਲਵਰ ਫਿਊਚਰ ਦੇ ਵਿੱਚ 0.74% ਦੀ ਤੇਜ਼ੀ ਜਾਣੀ ਕਿ 512 ਰੁਪਏ ਦੇ ਹਿਸਾਬ ਨਾਲ 69,530 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਪਹੁੰਚ ਗਈ ਹੈ। ਅਗਲੀ ਖਬਰ ਹੈ, ਕਰੋਨਾ ਦੇ ਬਾਵਜੂਦ 2020 ਦੇ ਵਿੱਚ ਭਾਰਤ ਦੇ 20 ਸਭ ਤੋਂ ਵੱਧ ਅਮੀਰਾਂ ਦੀ ਮੋਟੀ ਕਮਾਈ। ਦੇਖੋ ਲਿਸਟ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਆਓ ਜਾਣਦੇ ਹਾਂ ਸਾਲ 2020 ਵਿੱਚ ਭਾਰਤ ਦੇ 100 ਸਭ ਤੋਂ ਵੱਧ ਅਮੀਰ ਕੌਣ ਸਨ। ਮੁਕੇਸ਼ ਅੰਬਾਨੀ ਰਿਲਾਇੰਸ ਇੰਡਸਟਰੀ ਦਾ ਮਾਲਕ ਪਹਿਲੇ ਨੰਬਰ ਤੇ, ਗੌਤਮ ਅਡਾਨੀ ਪੋਰਟਸ ਅਤੇ SDAs ਦੇ ਸੈਕੰਡ ਨੰਬਰ ਤੇ, ਸ਼ਿਵ ਨਾਦਰ HCL ਟੈਕਨੋਲੋਜੀ ਦਾ ਤੀਜੇ ਨੰਬਰ ਤੇ, ਰਾਧਾ ਕਿਸ਼ਨ ਦਮਾਨੀ ਐਵੇਨਿਊ ਸੁਪਰਮਾਰਟਸ ਚੌਥੇ ਨੰਬਰ ਤੇ, ਹਿੰਦੂਜਾ ਬ੍ਰਦਰਜ਼ ਅਸ਼ੋਕਾ ਲੇਲੈਂਡ ਵਾਲਾ 5ਵੇਂ ਨੰਬਰ ਤੇ, ਸਾਇਰਸ ਪੂਨਾਵਾਲਾ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਮਾਲਕ 6ਵੇਂ ਨੰਬਰ ਤੇ, ਪਨੌਲਜੀ ਮਿਸਤਰੀ ਸਪੂਰਜੀ ਪਨੌਲਜੀ ਗਰੁੱਪ ਦਾ ਮਾਲਕ 7ਵੇਂ ਨੰਬਰ ਤੇ, ਉਦੇ ਕੋਟਕ ਮਹਿੰਦਰਾ ਬੈਂਕ ਵਾਲਾ ਮਾਲਕ 8ਵੇਂ ਨੰਬਰ ਤੇ, ਗੋਦਰੇਜ ਪਰਿਵਾਰ ਗੋਦਰੇਜ ਸਮੂਹ ਦਾ ਮਾਲਕ 9ਵੇਂ ਨੰਬਰ ਤੇ, ਲਕਸ਼ਮੀ ਮਿੱਤਲ ਔਰਸਿਲਰ ਮਿੱਤਲ ਦਾ ਮਾਲਕ 10ਵੇਂ ਨੰਬਰ ਤੇ,
ਸੁਨੀਲ ਮਿੱਤਲ ਭਾਰਤੀ ਏਅਰਟੈਲ ਦਾ ਮਾਲਕ। 11ਵੇਂ ਨੰਬਰ ਤੇ ਦਲੀਪ ਸੰਘਮੀ ਸੂਰੀਆ ਫਾਰਮਾਸਿਊਟੀਕਲ ਇੰਡਸਟਰੀ ਦਾ ਮਾਲਕ। 12ਵੇਂ ਨੰਬਰ ਤੇ ਬਰਮਨ ਪਰਿਵਾਰ ਡਾਬਰ ਇੰਡੀਆ ਦਾ ਮਾਲਕ। 13ਵੇਂ ਨੰਬਰ ਤੇ ਕੁਮਾਰ ਬਿਰਲਾ ਜੋ ਕਿ ਅਦਿੱਤਿਆ ਬਿਰਲਾ ਸਮੂਹ ਦਾ ਮਾਲਕ ਹੈ। 14ਵੇਂ ਨੰਬਰ ਤੇ ਅਜੀਮ ਪ੍ਰੇਮਜੀ ਵਿਪਰੋ ਦਾ ਮਾਲਕ। 15ਵੇਂ ਨੰਬਰ ਤੇ ਬਜਾਜ ਪਰਿਵਾਰ ਜੋ ਕਿ ਬਜਾਜ ਆਟੋ ਦਾ ਮਾਲਕ ਹੈ। 16ਵੇਂ ਨੰਬਰ ਤੇ MG ਜਾਰਜ ਮਥੂਟ ਫਾਈਨਾਂਸ ਦਾ ਮਾਲਕ। 16ਵੇਂ ਨੰਬਰ ਤੇ ਇਹਨੇ ਜੋ 2020 ਦੇ ਭਾਰਤ ਦੇ ਸਭ ਤੋਂ ਟੌਪ ਅਮੀਰ। ਅਗਲੀ ਖਬਰ ਹੈ ਸਕੂਲ ਦੀਆਂ ਸਰਦੀਆਂ ਦੀਆਂ ਛੁੱਟੀਆਂ ਰੱਦ, ਆਨਲਾਈਨ ਪੜ੍ਹਾਉਣ ਦੇ ਨਾਲ ਹੀ ਸੌਂਪਿਆ ਨਵਾਂ ਪ੍ਰੋਜੈਕਟ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਯੂਟੀ ਦੇ ਵਿੱਚ ਇਸ ਵਾਰ ਸਰਦੀਆਂ ਦੀਆਂ ਛੁੱਟੀਆਂ ਨਹੀਂ ਹੋਣਗੀਆਂ। ਬੱਚਿਆਂ ਨੂੰ ਆਨਲਾਈਨ ਸਿੱਖਿਆ ਤੋਂ ਇਲਾਵਾ ਅਧਿਆਪਕ ਚਾਈਲਡ ਮੈਪਿੰਗ ਦਾ ਸਰਵੇਖਣ ਵੀ ਕਰਨਗੇ। ਇਸ ਦੇ ਲਈ 21 ਦਸੰਬਰ ਨੂੰ ਚੰਡੀਗੜ੍ਹ ਸਿੱਖਿਆ ਵਿਭਾਗ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਸੀ ਤੇ 27 ਦਸੰਬਰ ਤੋਂ ਲੈ ਕੇ 2 ਜਨਵਰੀ ਤੱਕ ਸਾਰੇ ਅਧਿਆਪਕ ਘਰ ਘਰ ਜਾ ਕੇ ਇਹ ਪੜਤਾਲ ਕਰਨਗੇ ਕਿ ਕੋਈ 6 ਜਾਂ 14 ਸਾਲ ਦੀ ਉਮਰ ਦਾ ਬੱਚਾ ਅਜਿਹਾ ਤਾਂ ਨਹੀਂ ਜੋ ਸਕੂਲ ਨਹੀਂ ਜਾ ਰਿਹਾ। ਅਗਲੀ ਖਬਰ ਹੈ ਕਿਸਾਨ ਯੂਨੀਅਨਾਂ ਨੇ ਕੇਂਦਰ ਦੀ ਚਿੱਠੀ ਦਾ ਜਵਾਬ ਦੇਣ ਦਾ ਅਮਲ 1 ਦਿਨ ਅੱਗੇ ਵਧਾਇਆ। ਤਾਂ ਦੋਸਤੋ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਤੇ ਕਾਇਮ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਸੱਜਰੀ ਗੱਲਬਾਤ ਦੀ ਪੇਸ਼ਕਸ਼ ਬਾਰੇ ਫੈਸਲਾ ਲੈਣ ਦੇ ਅਮਲ ਨੂੰ ਅੱਜ ਸਹਿਮਤੀ ਬਣਾਉਣ ਨਾਲ ਇਰਾਦੇ ਨਾਲ 1 ਦਿਨ ਅੱਗੇ ਹੋਰ ਪਾ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕਿਸਾਨ ਯੂਨੀਅਨਾਂ ਨੇ ਕੇਂਦਰ ਵੱਲੋਂ ਭੇਜੀ ਗਈ ਚਿੱਠੀ ਦਾ ਢੁਕਵਾਂ ਜਵਾਬ ਦੇਣ ਦੇ ਲਈ ਮਸੌਦਾ ਤੈਅ ਕਰਨ ਬਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਇੱਕ ਸਾਂਝੀ ਕਮੇਟੀ ਬਣਾ ਦਿੱਤੀ ਹੈ। ਅਗਲੀ ਖਬਰ ਹੈ ਨਵੇਂ ਖੇਤੀ ਕਾਨੂੰਨ ਭਾਰਤੀ ਖੇਤੀ ਦੇ ਨਵੇਂ ਯੁੱਗ ਦਾ ਆਗਾਜ਼, ਤੋਮਰ। ਤਾਂ ਦੋਸਤੋ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਨਵੇਂ ਖੇਤੀ ਸੁਧਾਰ ਭਾਰਤੀ ਖੇਤੀਬਾੜੀ ਦੇ ਵਿੱਚ ਇੱਕ ਨਵੇਂ ਯੁੱਗ ਦੇ ਆਗਾਜ਼ ਦਾ ਸੁਨੇਹਾ ਹਨ। ਤੋਮਰ ਨੇ ਕਿਹਾ ਕਿ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਸਾਰੇ ਵਿਵਾਦਿਤ ਮੁੱਦਿਆਂ ਬਾਰੇ ਗੱਲਬਾਤ ਜਾਰੀ ਰੱਖਣ ਦੇ ਲਈ ਖਾਹਿਸ਼ਮੰਦ ਹੈ। ਉਹਨਾਂ ਨੇ ਕਿਹਾ ਕਿ ਖੇਤੀ ਸੈਕਟਰ ਭਾਰਤੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਤੇ ਨਰਿੰਦਰ ਸਿੰਘ ਮੋਦੀ ਸਰਕਾਰ ਦਾ ਸਾਰਾ ਧਿਆਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵੱਲ ਰੱਖ ਰਹੇ ਨੇ। ਅਗਲੀ ਖਬਰ ਹੈ ਭਾਰਤ ਦੇ ਵਿੱਚ 6 ਮਹੀਨਿਆਂ ਦੌਰਾਨ 20,000 ਤੋਂ ਘੱਟ ਨਵੇਂ ਮਾਮਲੇ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਰੀਬ 6 ਮਹੀਨਿਆਂ ਬਾਅਦ ਬੀਤੇ 24 ਘੰਟਿਆਂ ਵਿੱਚ ਭਾਰਤ ਵਿੱਚ ਸਾਹਮਣੇ ਆਏ ਕੋਵਿਡ-19 ਦੇ ਨਵੇਂ ਕੇਸਾਂ ਦੀ ਗਿਣਤੀ 20,000 ਤੋਂ ਘੱਟ ਗਈ ਹੈ। ਇਸ ਸਮੇਂ ਦੌਰਾਨ 19,556 ਨਵੇਂ ਕੇਸ ਤੋਂ ਬਾਅਦ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1,75,116 ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਕੋਵਿਡ-19 ਦੇ ਕਰਕੇ 301 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦਾ ਅੰਕੜਾ 1,46,111 ਤੱਕ ਪੁੱਜ ਗਿਆ। ਅਗਲੀ ਖਬਰ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਮੁੰਬਈ ਦੇ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ। ਤਾਂ ਦੋਸਤੋ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਲਈ ਕਿਸਾਨ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਬਾਦਰਾ ਦੇ ਵਿੱਚ ਜ਼ਿਲ੍ਹਾ ਕਲੈਕਟਰ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਕੀਤਾ ਕਿ ਨਵੇਂ ਕਾਨੂੰਨਾਂ ਦਾ ਲਾਭ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਮਿਲੇਗਾ। ਅਗਲੀ ਖਬਰ ਹੈ CISF ਦੇ 3700 ਜਵਾਨਾਂ ਨੂੰ ਮਿਲੀ ਤਰੱਕੀ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਨੇ ਮੁਲਕ ਵਿੱਚ ਵੱਖ-ਵੱਖ ਯੂਨਿਟਾਂ ਵਿੱਚ ਸਮਾਗਮ ਕਰਕੇ ਫੋਰਸ ਦੇ 3700 ਜਵਾਨਾਂ ਨੂੰ ਤਰੱਕੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਵੱਧ ਕਨਸਟੇਬਲ ਰੈਂਕ ਦੇ 1999 ਜਵਾਨਾਂ ਨੂੰ ਹੈੱਡ ਕਨਸਟੇਬਲ ਵਜੋਂ ਤੇ 1751 ਹੈੱਡ ਕਨਸਟੇਬਲਾਂ ਨੂੰ ASI ਦੇ ਵਜੋਂ ਤੇ 7 ਸਹਾਇਕ ਸਬ ਇੰਸਪੈਕਟਰਾਂ ਨੂੰ ਸਬ ਇੰਸਪੈਕਟਰ ਬਣਾਇਆ ਗਿਆ। CISF ਦੇ ਬੁਲਾਰੇ ਨੇ ਦੱਸਿਆ ਕਿ ਮੁਲਕ ਭਰ ਦੇ ਵਿੱਚ ਨਾਨ ਗਜ਼ਟਡ ਰੈਂਕ ਦੇ ਕੁੱਲ 3711 ਜਵਾਨਾਂ ਨੂੰ ਤਰੱਕੀ ਦਿੱਤੀ ਗਈ ਹੈ। ਅਗਲੀ ਖਬਰ ਹੈ ਹਰਿਆਣਾ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕਰਨ ਦੇ ਲਈ ਲਾਮਬੰਦੀ 'ਚ ਜੁਟਣਗੇ ਕਿਸਾਨ। ਤਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਭਖਾਉਣ ਦੇ ਦਿੱਤੇ ਸੱਦਿਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਦੋਵਾਂ ਜਥੇਬੰਦੀਆਂ ਵੱਲੋਂ ਅਜਦਾਨਾ ਐਕਸ਼ਨ ਕੀਤੇ ਜਾਣਗੇ। ਇਨ੍ਹਾਂ ਐਕਸ਼ਨਾਂ ਰਾਹੀਂ ਮੁਲਕ ਭਰ ਦੇ ਕਿਸਾਨਾਂ ਦੀ ਏਕਤਾ ਨੂੰ ਉਭਾਰਿਆ ਜਾਵੇਗਾ। ਜਥੇਬੰਦੀਆਂ ਦੇ ਸੂਬਾਊ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਸਤਨਾਮ ਸਿੰਘ ਪੁੰਨੂ ਨੇ ਕਿਹਾ ਕਿ 25, 26 ਅਤੇ 27 ਦਸੰਬਰ ਨੂੰ ਹਰਿਆਣਾ ਦੇ ਟੋਲ ਪਲਾਜ਼ੇ ਫ੍ਰੀ ਕਰਨ ਦੇ ਸੱਦੇ ਤਹਿਤ ਸੂਬੇ ਦੇ ਕਿਸਾਨਾਂ ਨੂੰ ਡਟਵਾਂ ਸਹਿਯੋਗ ਦਿੱਤਾ ਜਾਵੇਗਾ। ਅਗਲੀ ਖਬਰ ਹੈ ਸਰਕਾਰੀ ਬੈਂਕਾਂ ਬਾਜ਼ਾਰ 'ਚੋਂ ਇਕੱਠੇ ਕਰਨਗੀਆਂ 25,000 ਕਰੋੜ। ਤਾਂ ਦੋਸਤੋ ਭਾਰਤ ਦੀਆਂ ਸਰਕਾਰੀ ਬੈਂਕਾਂ ਸ਼ੇਅਰ ਅਤੇ ਕਰਜ਼ ਦੇ ਰੂਪ ਵਿੱਚ ਅਗਲੇ 3 ਮਹੀਨਿਆਂ ਦੌਰਾਨ ਬਾਜ਼ਾਰ 'ਚੋਂ
25,000 ਕਰੋੜ ਰੁਪਏ ਇਕੱਠਾ ਕਰਨ ਦੀ ਯੋਜਨਾ ਬਣਾ ਰਹੀਆਂ ਨੇ। ਇਹ ਪੈਸਾ ਕ੍ਰੈਡਿਟ ਦੇਣ ਦੀ ਸਮਰੱਥਾ ਵਧਾਉਣ ਅਤੇ ਹੋਰ ਰੈਗੂਲੇਟਰੀ ਲੋੜਾਂ ਪੂਰਾ ਕਰਨ ਲਈ ਇਕੱਠਾ ਕੀਤਾ ਜਾਵੇਗਾ। ਪਿਛਲੇ ਕੁਝ ਮਹੀਨਿਆਂ ਦੌਰਾਨ SBI, ਕੇਨਰਾ ਬੈਂਕ ਤੇ PNB ਨੇ ਬਾਜ਼ਾਰ ਵਿੱਚੋਂ ਕਰੀਬ 40,000 ਕਰੋੜ ਰੁਪਏ ਇਕੱਠੇ ਕੀਤੇ ਨੇ। ਅਗਲੀ ਖਬਰ ਹੈ, ਕੈਨੇਡਾ ਦੀ PR ਛੱਡ ਕੇ ਦਿੱਲੀ ਵਿੱਚ ਜੱਜ ਬਣੀ ਕਿਸਾਨ ਦੀ ਧੀ ਬਿਨਰਜੀਤ ਕੌਰ। ਤਾਂ ਦੋਸਤੋ, ਕੋਰਟ ਦੇਖਣ ਦੀ ਜਿੱਦ ਅਤੇ ਤਮੰਨਾ ਦੇ ਹਲਕਾ ਗਿੱਦੜਬਾਹਾ ਦੇ ਨੇੜਲੇ ਪਿੰਡ ਰੁਖਾਲਾ ਦੀ ਇੱਕ ਲੜਕੀ ਨੂੰ ਜੱਜ ਬਣਾ ਦਿੱਤਾ ਹੈ। ਆਪਣੀ ਇਸ ਜਿੱਦ ਨੂੰ ਪੂਰਾ ਕੀਤਾ ਗਿੱਦੜਬਾਹਾ ਦੇ ਨੇੜਲੇ ਪਿੰਡ ਰੁਖਾਲਾ ਦੀ ਧੀ ਬਿਨਰਜੀਤ ਕੌਰ ਨੇ। ਪਿੰਡ ਰੁਖਾਲਾ ਦੀ ਰਹਿਣ ਵਾਲੀ ਬਿਨਰਜੀਤ ਕੌਰ ਦਿੱਲੀ ਜੁਡੀਸ਼ਲ ਦੀ ਪ੍ਰੀਖਿਆ ਪਾਸ ਕਰਕੇ ਦਿੱਲੀ ਕੋਰਟ ਦੀ ਜੱਜ ਬਣ ਕੇ ਆਪਣੇ ਮਾਤਾ-ਪਿਤਾ, ਪਿੰਡ ਅਤੇ ਗਿੱਦੜਬਾਹਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅਗਲੀ ਖਬਰ ਹੈ, ਖੇਤੀ ਮੰਤਰੀ ਤੋਮਰ ਬੋਲੇ ਕੁਝ ਕਿਸਾਨ ਸੰਗਠਨਾਂ ਨੇ ਨਵੇਂ ਖੇਤੀ ਕਾਨੂੰਨਾਂ ਦਾ ਕੀਤਾ ਸਮਰਥਨ। ਤਾਂ ਦੋਸਤੋ, ਪਿਛਲੇ 26 ਦਿਨਾਂ ਤੋਂ ਨਵੇਂ ਖੇਤੀ ਕਾਨੂੰਨ ਦੇ ਵਿਰੋਧ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਯੂਪੀ ਦੇ ਕੁਝ ਕਿਸਾਨ ਸੰਗਠਨ ਮੈਨੂੰ ਮਿਲੇ ਤੇ ਖੇਤੀਬਾੜੀ ਕਾਨੂੰਨਾਂ ਦਾ ਸਮਰਥਨ ਕੀਤਾ। ਇਹਨਾਂ ਕਿਸਾਨ ਸੰਗਠਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਕਾਨੂੰਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਣੀ ਚਾਹੀਦੀ। ਅਗਲੀ ਖਬਰ ਹੈ, 14,000 ਕਰੋੜ ਰੁਪਏ ਦੇ ਕਾਰੋਬਾਰ ਦਾ ਨੁਕਸਾਨ, CAIT ਵੱਲੋਂ ਸਰਕਾਰ ਨੂੰ ਕੀਤੀ ਅਪੀਲ। ਤਾਂ ਦੋਸਤੋ, ਰਾਜਧਾਨੀ ਦਿੱਲੀ ਵਿੱਚ ਲਗਭਗ 28 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਦੇਸ਼ ਭਰ ਦਾ ਕਾਰੋਬਾਰ ਨੂੰ ਕਰੋੜਾਂ ਦਾ ਘਾਟਾ ਪੈ ਰਿਹਾ ਹੈ। ਦਿੱਲੀ, ਹਰਿਆਣਾ, ਰਾਜਸਥਾਨ ਅਤੇ UP ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਬਿੱਲ ਦਾ ਵਿਰੋਧ ਕਰ ਰਹੇ ਨੇ। ਇਸ ਪ੍ਰਦਰਸ਼ਨ ਦੇ ਵਿੱਚ ਕਾਰੋਬਾਰ ਹੁਣ ਤੱਕ ਤਕਰੀਬਨ 14,000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। CIAT ਨੇ ਕਿਸਾਨ ਨੇਤਾਵਾਂ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰਦਰਸ਼ਨ ਨੂੰ ਜਲਦੀ ਤੋਂ ਜਲਦੀ ਸ਼ਾਂਤ ਕੀਤਾ ਜਾਵੇ। ਅਗਲੀ ਖਬਰ ਹੈ, ਜੇ ਔਰਤ ਖੁਦ ਵਿਆਹ ਅਤੇ ਧਰਮ ਪਰਿਵਰਤਨ ਕਰੇ ਤਾਂ ਦਖਲ ਅੰਦਾਜ਼ੀ ਦੀ ਲੋੜ ਨਹੀਂ, ਕਲਕੱਤਾ ਹਾਈ ਕੋਰਟ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਕਲਕੱਤਾ ਹਾਈ ਕੋਰਟ ਨੇ ਵਿਆਹ ਅਤੇ ਧਰਮ ਪਰਿਵਰਤਨ ਸੰਬੰਧੀ ਇੱਕ ਮਹੱਤਵਪੂਰਨ ਫੈਸਲਾ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਜੇ ਇੱਕ ਬਾਲਗ ਔਰਤ ਆਪਣੀ ਪਸੰਦ ਦੇ ਅਨੁਸਾਰ ਵਿਆਹ ਕਰਵਾਉਣ ਅਤੇ ਧਰਮ ਬਦਲਣ ਦਾ ਫੈਸਲਾ ਕਰਦੀ ਹੈ ਤੇ ਫਿਰ ਉਸਦੇ ਪਿਤਾ ਵੱਲੋਂ ਘਰ ਨਹੀਂ ਆਉਂਦੀ ਤਾਂ ਇਸ ਵਿੱਚ ਦਖਲ ਦੇਣ ਦੀ ਜ਼ਰੂਰਤ ਨਹੀਂ। ਲਾਈਵ ਲਾ ਦੀ ਵੈਬਸਾਈਟ ਦੇ ਅਨੁਸਾਰ ਹਾਈ ਕੋਰਟ ਨੇ ਇਹ ਗੱਲਾਂ ਇੱਕ ਕੇਸ ਦੀ ਸੁਣਵਾਈ ਦੌਰਾਨ ਕਹੀਆਂ ਨੇ। ਅਗਲੀ ਖਬਰ ਹੈ, ਨਵੇਂ ਕਰੋਨਾ ਸਟ੍ਰੇਨ ਦੇ ਮੱਦੇਨਜ਼ਰ ਨਵੇਂ ਨਿਯਮ, ਬ੍ਰਿਟੇਨ ਤੋਂ ਆਉਣ ਵਾਲਿਆਂ ਤੇ ਹੋਣਗੇ ਲਾਗੂ ਇਹ ਕਾਨੂੰਨ। ਤਾਂ ਦੋਸਤੋ, ਬ੍ਰਿਟੇਨ ਦੇ ਵਿੱਚ ਕਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਦਾ ਪਤਾ ਲੱਗਣ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੁਨੀਆ ਦੇ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਉਡਾਨਾਂ ਰੋਕੀਆਂ ਨੇ ਤੇ ਭਾਰਤ ਨੇ ਵੀ ਅਜਿਹਾ ਕੀਤਾ ਕਿ ਹੁਣ ਕੇਂਦਰ ਸਰਕਾਰ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ਬਾਰੇ ਨਵੇਂ ਨਿਯਮ ਜਾਰੀ ਕੀਤੇ ਨੇ। ਇਸ ਦੇ ਅਨੁਸਾਰ ਯਾਤਰੀਆਂ ਦੇ ਹਵਾਈ ਅੱਡੇ ਤੇ ਉਤਰਦਿਆਂ ਹੀ RT-PCR ਟੈਸਟਿੰਗ ਕੀਤੀ ਜਾਵੇਗੀ। ਜੇ ਕਿਸੇ ਯਾਤਰੀ ਵਿੱਚ ਕਰੋਨਾ ਵਾਇਰਸ ਦੇ ਲੱਛਣ ਮਿਲਦੇ ਨੇ ਤਾਂ ਉਹਨਾਂ ਨੂੰ ਇੱਕ ਵੱਖਰੇ ਅਲੱਗ-ਅਲੱਗ ਵਾਰਡ ਵਿੱਚ ਰੱਖਿਆ ਜਾਵੇਗਾ ਤੇ ਨਾਲ ਹੀ ਉਸ ਯਾਤਰੀ ਦੇ ਯਾਤਰੀਆਂ ਨੂੰ ਵੀ ਸਰਕਾਰੀ ਨਿਰਦੇਸ਼ਾਂ ਵਿੱਚ ਅਲੱਗ ਕੀਤਾ ਜਾਵੇਗਾ। ਅਗਲੀ ਖਬਰ ਹੈ, ਖੇਤੀ ਮੰਤਰੀ ਤੋਮਰ ਨੇ ਕਿਹਾ ਕਿ ਕਿਸਾਨ 10 ਤਰੀਕ ਸਰਕਾਰ ਗੱਲਬਾਤ ਦੇ ਲਈ ਹੈ ਤਿਆਰ। ਤਾਂ ਦੋਸਤੋ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇੱਕ ਵਾਰ ਫੇਰ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਤੋਮਰ ਨੇ ਕਿਹਾ ਕਿ 2 ਦਿਨ ਪਹਿਲਾਂ ਕਿਸਾਨਾਂ ਨੂੰ ਗੱਲਬਾਤ ਦੇ ਲਈ ਪੱਤਰ ਭੇਜਿਆ ਗਿਆ ਸੀ। ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਜੇ ਉਹ ਗੱਲਬਾਤ ਕਰਨ ਲਈ ਤਿਆਰ ਹਨ ਤਾਂ ਤਰੀਕ ਨਿਰਧਾਰਤ ਕਰਨ ਤੇ ਅਸੀਂ ਗੱਲ ਕਰਨ ਦੇ ਲਈ ਬੈਠਾਂਗੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਪ੍ਰਤੀ ਸਰਕਾਰ ਦੀ ਨੀਅਤ ਵਿੱਚ ਕੋਈ ਖੋਟ ਨਹੀਂ ਹੈ। ਤੇ ਦੋਸਤੋ, ਇਹ ਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ। ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਦਬਾ ਦਿਓ, ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਧੰਨਵਾਦ।